सा धरत पई हरियावली, जिथे मेरा सतगुर बैठा आए। से जंत पए हरियावले, जिन्नी मेरा सतगुर देखिया जाए। धन धन पिता, धन धन कुल, धन धन सो जननी, जिन्नी गुरु जणिया माए। धन धन गुरु जिन नाम अराध्या, आप तरिया जिन्नी डिठा, तिन्ना लए छुड़ाए। हर सतगुरु मेलो दया कर, जन नानक तोवै पाए। मोर पित पूरब कियस प्याना, पात पात के तीरथ नाना। जब ही जात त्रिवेणी भये, पुन दान दिन करत बिताए। तहीं प्रकाश हमारा पयो, पटना शहर बिखे पव लह्यो। मधुर देश हमको ले आए, पात पात दायन दुलराए। कीनी अनक पात तन रक्षा, दीनी पात पात की शिक्षा। जब हम धर्म कर्म मोआए, देवलोक तब पिता सिधाए। जब हम धर्म कर्म मोआए, देवलोक तब पिता सिधाए। वाहिगुरु जी का खालसा, वाहिगुरु जी की फतेह। दशमेश पिता धन 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 गुरु गोबिंद सिंह जी महाराज बचित्र नाटक दे विच अपनी जीवन कथा, अपनी आत्म कथा विच फरमाउंदे ने कि जदों मेरे माता पिता ने संतान की इच्छा चाही, जदों पुत्र की इच्छा चाही, ते ओ पंजाब नूं छड्ड के भारत के पूरबले इलाके वल उन्होंने जाना कीता। पातशाह कहंदे ने मुरपित पुरब कियस प्याना, भांत भांत के तीरथ नाना। जब ही जात त्रिवेणी भये, पुन दान दिन करत बिताए। पातशाह कहंदे ने कि मेरे मुरपित तो भाव मेरे माता ते पिता ने जदों मेरी यानी कि संतान दी
ਪ੍ਰਾਪਤੀ ਚਾਹੀ, ਉਸ ਵਕਤ ਪੰਜਾਬ ਨੂੰ ਛੱਡ ਕੇ, ਆਨੰਦਪੁਰ ਨੂੰ ਛੱਡ ਕੇ ਪੂਰਬਲੇ ਪਾਸੇ ਯਾਨੀ ਕਿ ਪਟਨਾ ਸ਼ਹਿਰ ਤੇ ਉਹਨਾਂ ਦਾ ਜਨਮ ਹੋਇਆ, ਸੰਸਾਰ ਦੇ ਵਿੱਚ ਆਉਣਾ ਕੀਤਾ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋ ਬਚਨ ਨੇ, ਮਾਂ ਕੀ ਰਕਤ ਪਿਤਾ ਬਿਨ ਧਾਰਾ, ਮੂਰਤ ਸੂਰਤ ਕਰ ਅਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਹੀ ਹੈ। ਭਾਵ ਕਿ ਮਾਤਾ ਪਿਤਾ ਦੇ ਸੁਮੇਲ ਤੋਂ ਜਦੋਂ ਜੀਵਤੀ, ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਮਾਤਾ ਗੁਜਰ ਕੌਰ ਦੇ ਕੁੱਖ ਦੇ ਵਿੱਚ, ਗਰਭ ਦੇ ਵਿੱਚ ਜਦੋਂ ਮੈਂ ਆਉਣਾ ਕੀਤਾ, ਉਹ ਸੀ ਜਬ ਹੀ ਜਾਤ ਤ੍ਰਿਵੇਣੀ ਭਏ, ਕਿ ਉਸ ਵਕਤ ਮੇਰੇ ਮਾਤਾ ਪਿਤਾ ਨੇ ਤ੍ਰਿਵੇਣੀ ਤੋਂ ਭਾਵ ਪ੍ਰਯਾਗਰਾਜ ਇਲਾਹਾਬਾਦ ਦੇ ਵਿੱਚ ਟਿਕਾਣਾ ਕੀਤਾ ਸੀ। ਇਤਿਹਾਸ ਕਹਿੰਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਮੇਤ, ਸਿੱਖਾਂ ਸਮੇਤ ਮਾਤਾ ਗੁਜਰ ਕੌਰ ਦੇ ਨਾਲ ਤ੍ਰਿਵੇਣੀ ਤੇ ਗਏ, ਪ੍ਰਯਾਗਰਾਜ ਇਲਾਹਾਬਾਦ ਗਏ, ਉਸ ਵਕਤ ਬੜਾ ਵੱਡਾ ਇਲਾਹਾਬਾਦ ਦੇ ਵਿੱਚ ਮੇਲਾ ਲੱਗਾ ਹੋਇਆ ਸੀਗਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਪ੍ਰਚਾਰ ਦਾ ਸਾਧਨ ਇਕੱਠ ਦੇ ਵਿੱਚ ਹੀ ਕੀਤਾ, ਜਿੱਥੇ ਬਹੁਤੇ ਇਕੱਠ ਹੁੰਦੇ ਸਨ, ਤੇ ਇਕੱਠ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਬਹੁਤੇ ਲੋਕਾਂ ਨੂੰ ਸੱਚ ਦੱਸਿਆ ਜਾ ਸਕੇ। ਇਹਦੇ ਪਿੱਛੇ ਮਕਸਦ ਇਹ ਸੀ, ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਣ ਅਰਥਾ, ਲੋਕਾਂ ਦੇ ਉਧਾਰ ਲਈ, ਲੋਕਾਂ ਦੇ ਉਧਾਰ ਦੇ ਅਰਥ ਲਈ ਪਾਤਸ਼ਾਹ ਜੀ ਨੇ ਤੀਰਥਾਂ ਤੇ ਜਾਣਾ ਕੀਤਾ। ਜਬ ਹੀ ਜਾਤ ਤ੍ਰਿਵੇਣੀ ਭਏ, ਜਦੋਂ ਇਹ ਤ੍ਰਿਬਾਣੀ ਤੇ ਗੁਰੂ ਪਾਤਸ਼ਾਹ, ਮੇਰੇ ਗੁਰੂ ਪਿਤਾ, ਮੇਰੇ ਮਾਤਾ ਪਹੁੰਚੇ, ਉਸ ਅਸਥਾਨ ਤੇ ਮੈਂ ਆਪਣੀ ਮਾਤਾ ਗੁਜਰ ਕੌਰ ਦੇ ਗਰਭ ਦੇ ਅੰਦਰ ਆਉਣਾ ਕੀਤਾ। ਪਾਤਸ਼ਾਹ ਫਿਰ ਕਹਿੰਦੇ ਨੇ, ਰਖਤ ਬਿੰਦ ਕਰ ਨਿੰਮਿਆ, ਰੱਖਿਆ ਉਦਰ ਮਝਾਰ, ਮਾਂ ਦੀ ਰਕਤ ਤੋਂ, ਪਿਤਾ ਦੀ ਰਕਤ ਤੋਂ, ਤੇ ਮਾਂ ਦੀ ਰਕਤ ਤੋਂ ਤੇ ਪਿਤਾ ਦੇ ਬਿੰਦ ਤੋਂ, ਸੁਮੇਲ ਤੋਂ ਮੈਂ ਮਾਤਾ ਦੇ ਗਰਭ ਦੇ ਵਿੱਚ ਆਉਣਾ ਕੀਤਾ। ਇਹ ਪਾਤਸ਼ਾਹ ਆਪਣੀ ਜੀਵਨ ਕਥਾ ਦੇ ਵਿੱਚ ਕਹਿ ਰਹੇ ਨੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਿਵਾਰ ਸਮੇਤ ਪੁੱਤਰ ਦੀ ਪ੍ਰਾਪਤੀ ਲਈ ਪੂਰਬਲੇ ਦੇਸ਼ਾਂ ਦਾ ਕਿਉਂ ਚੁਣਾਵ ਕੀਤਾ? ਉਹਦੇ ਪਿੱਛੇ ਬੜਾ ਵੱਡਾ ਕਾਰਨ ਸੀ। ਵੇਖੋ, 34 ਸਾਲ ਦਾ ਸਮਾਂ ਬਣਦਾ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਨੰਦ ਕਾਰਜ ਹੁੰਦਾ ਹੈ, ਔਰ ਫਿਰ ਜਦੋਂ ਘਰ ਪੁੱਤਰ ਦਾ ਜਨਮ ਹੁੰਦਾ ਹੈ ਤੇ 34 ਸਾਲ ਦਾ ਵਕਬਾ ਬਣਦਾ ਹੈ। 34 ਸਾਲ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਸੰਤਾਨ ਨਹੀਂ ਸੀ। ਉਹਦੇ ਪਿੱਛੇ ਕਈ ਕਾਰਨ ਸਨ। ਇੱਕ ਤੇ ਇਹ ਸੀ ਕਿ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਹੈ, ਜੋ ਸੱਚ ਦਾ ਪ੍ਰਚਾਰ ਹੈ, ਉਹ ਵੀ ਕਰਨਾ ਹੈ, ਕਿਉਂਕਿ ਗੁਰੂ ਪਾਤਸ਼ਾਹ ਆਪ ਇਹ ਕਹਿ ਰਹੇ ਨੇ, ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ,
ਗਿਆਨੀ ਤਹੇ ਬਖਾਨ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹੀ ਮਿਸ਼ਨ ਸੀਗਾ, ਜੇ ਜੀਵੇ ਪਤਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਇਹ ਬੰਦਿਆ, ਤੇਰਾ ਜੀਣਾ, ਤੇਰਾ ਖਾਣਾ, ਤੇਰਾ ਸਭ ਕੁਝ ਹਰਾਮ ਹੈ ਜਿੰਨਾ ਚਿਰ ਤੇਰੀ ਇੱਜ਼ਤ ਨਹੀਂ। ਤੇ ਗੁਰੂ ਪਾਤਸ਼ਾਹ, ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਪੂਰਬਲੇ ਦੇਸ਼ਾਂ ਦੇ ਵਿੱਚ ਇਸੇ ਕਰਕੇ ਹੀ ਜਾਣਾ ਕੀਤਾ, ਇੱਕ ਤੇ ਪ੍ਰਚਾਰ ਕੀਤਾ ਜਾ ਸਕੇ, ਕਿਉਂਕਿ ਉਸ ਵਕਤ ਜੋ ਦੇਸ਼ ਦੀ ਹਾਲਾਤ ਸੀ, ਧਾਰਮਿਕ ਹਾਲਾਤ ਸਨ, ਉਹ ਵੀ ਬੜੇ ਖਰਾਬ ਚੱਲ ਰਹੇ ਸਨ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਜੋ ਹਾਲਾਤ ਸਨ ਉਹ ਇਸ ਤਰ੍ਹਾਂ ਦੇ ਸਨ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਕਾਜੀ ਜਿਹੜਾ ਧਾਰਮਿਕ ਵਿਅਕਤੀ ਸੀਗਾ ਉਹ ਝੂਠ ਬੋਲ ਕੇ ਖਾਂਦਾ ਸੀਗਾ। ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇ ਜੀਆਂ ਘਾਏ। ਤੇ ਬ੍ਰਾਹਮਣ ਸੀ ਜਿਹੜਾ ਉਹ ਜੀਵਨ ਦਾ ਘਾਤ ਕਰਕੇ, ਜੀਵਨ ਨੂੰ ਲੁੱਟ ਖਸੁੱਟ ਕਰਕੇ ਝੂਠ ਬੋਲ ਕੇ ਖਾਂਦਾ ਸੀਗਾ। ਬਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ। ਜਿਹੜਾ ਜੋਗੀ ਕਹਿੰਦਾ ਸੀ ਕਿ ਮੈਂ ਸ੍ਰਿਸ਼ਟ ਹਾਂ ਔਰ ਮੈਂ ਸੰਸਾਰ ਨੂੰ ਛੱਡ ਕੇ ਜੰਗਲ ਦੇ ਵਿੱਚ ਚਲਾ ਜਾਣਾ ਹਾਂ, ਲੇਕਿਨ ਉਹ ਕਹਿੰਦਾ ਸੀ ਤੂੰ ਜੋਗ ਦੀ ਜੁਗਤੀ ਹੀ ਨਹੀਂ ਜਾਣਦਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਜੋਗੀ ਨੂੰ ਉਹਦੀ ਜੁਗਤੀ ਸਮਝਾਈ। ਜੋਗੀ ਤੂੰ ਕਹਿੰਦਾ ਮੁੰਦਰਾ ਪਾਉਣ ਦੀ ਗੱਲ ਕਰਨਾ, ਤੇ ਮੁੰਦਰਾ ਕਿਹੜੀਆਂ ਪਾਉਣੀਆਂ? ਮੁੰਦਾ ਸੰਤੋਖ। ਸੰਤੋਖ ਦੀਆਂ ਮੁੰਦਰਾ ਪਾ ਕੇ ਤਾਂ ਵੇਖ ਜਿਹੜੇ ਤੇਰੇ ਅੰਦਰ ਸੰਤੋਖ ਆ ਜਾਏ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ। ਆ ਖੱਪਰ ਜਿਹੜਾ ਫੜੀ ਫਿਰਦਾ ਹੈ, ਇਹ ਖੱਪਰ ਸੰਤੋਖ ਦਾ ਹੋਵੇ, ਕਿਉਂਕਿ ਉਸ ਵਕਤ ਧਾਰਮਿਕ ਹਾਲਾਤ ਇਸ ਤਰ੍ਹਾਂ ਦੇ ਸਨ, ਚਲੇ ਆ ਰਹੇ ਸਨ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਪਹਿਲੋਂ ਦੇ। ਤੇ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਮਿਸ਼ਨ ਸੀਗਾ ਕਿ ਇਹ ਲੋਕਾਂ ਨੂੰ ਸੱਚ ਸਮਝਾਉਣਾ ਹੈ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਣ ਅਰਥਾ। ਤੇ ਗੁਰੂ ਨਾਨਕ ਪਾਤਸ਼ਾਹ ਅੱਗੇ ਕਹਿੰਦੇ ਨੇ, ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਧਰਮ ਜਿਹੜਾ ਸੀਗਾ ਉਹ ਖੰਭ ਲਾ ਕੇ ਉੱਡ ਚੁੱਕਾ ਸੀਗਾ। ਸ਼ਰਮ ਧਰਮ ਦੋਇ ਛਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਤੇ ਝੂਠ ਦਾ ਪਸਾਰਾ ਫੈਲਿਆ ਪਿਆ ਸੀਗਾ ਤੇ ਲੋਕਾਂ ਨੂੰ ਸੱਚ ਸਮਝਾਉਣਾ ਸੀਗਾ। ਇਸ ਲਈ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਿਵਾਰ ਸਮੇਤ ਦੇਸ਼ ਦੇ ਪੂਰਬਲੇ ਇਲਾਕਿਆਂ ਵਾਲੇ ਪਾਸੇ ਜਾਣਾ ਕੀਤਾ। ਸਭ ਤੋਂ ਵੱਡੀ ਗੱਲ ਤੇ ਇਹ ਸੀ ਕਿ ਸੰਤਾਨ ਨੂੰ ਜਿਹੜੇ ਵਿਰੋਧੀ ਸਨ ਜਾਂ ਸ਼ਰੀਕਾ ਸੀਗਾ, ਉਹਨਾਂ ਤੋਂ ਡਰ ਸੀਗਾ, ਕਿਉਂਕਿ ਗੁਰੂ ਪਾਤਸ਼ਾਹ ਖੁਦ ਕਹਿੰਦੇ ਨੇ, ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਖਿਆ। ਭਾਵੇਂ ਇਹ ਗੱਲ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਆਉਣ ਤੋਂ ਬਾਅਦ ਦੀ ਗੱਲ ਕਰਦੇ ਨੇ ਕਿ ਉੱਥੇ ਆ ਕੇ ਵੀ ਗੁਰੂ ਪਾਤਸ਼ਾਹ ਨੇ ਅਨੇਕ ਪ੍ਰਕਾਰ ਦੇ ਨਾਲ ਮੇਰੀ ਰੱਛਾ ਕਰਵਾਈ ਔਰ ਅਨੇਕਾਂ ਪ੍ਰਕਾਰ ਦੀ ਮੇਰੇ ਮਾਤਾ ਪਿਤਾ ਨੇ ਮੈਨੂੰ ਸਿੱਖਿਆ ਦਿੱਤੀ। ਇਹ ਵੀ ਕਾਰਨ ਸੀਗਾ, ਲੇਕਿਨ ਸਭ ਤੋਂ ਜਿਹੜਾ ਮੁੱਢਲਾ ਕਾਰਨ ਸੀਗਾ ਉਹ ਲੋਕਾਂ ਨੂੰ ਇਹ ਸਮਝਾਉਣਾ ਸੀਗਾ, ਭੈ ਕਾਹੂ ਕੋ ਦੇਤ ਨੇ। ਤੇ ਹੁਣ ਭੈ ਤੇ ਸਭ ਤੋਂ ਵੱਡਾ ਭੈ ਜਿਹੜਾ ਸੀਗਾ ਉਹ ਧਰਮ ਦਾ ਨਾਂ ਤੇ ਲੋਕਾਂ ਨੂੰ ਭ੍ਰਮਿਤ ਕੀਤਾ ਗਿਆ ਸੀਗਾ ਤੇ ਉਸ ਭਰਮ ਨੂੰ ਮਿਟਾਉਣਾ ਸੀਗਾ। ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਸ਼ਰਮ ਤੇ ਧਰਮ ਦੋਵੇਂ ਹੀ ਇਸ ਸੰਸਾਰ ਦੇ ਵਿੱਚੋਂ, ਇਸ ਹਿੰਦੁਸਤਾਨ ਦੇ ਵਿੱਚੋਂ ਖੰਭ ਲਾ ਕੇ ਉੱਡ ਚੁੱਕੇ ਸਨ ਤੇ ਕੂੜ ਦਾ ਪਸਾਰਾ ਫੈਲਿਆ ਪਿਆ ਸੀਗਾ। ਹਾਲਾਤ ਇਹ ਸਨ, ਪੰਡਤ ਵਾਚੇ ਪੋਥੀਆਂ, ਨਾ ਬੂਝੇ ਵਿਚਾਰ, ਅਨਕੋ ਮੱਤੀ ਦੇ ਚਲੇ, ਮਾਇਆ ਕਾ ਵਪਾਰ। ਪੰਡਤ ਜਿਹੜਾ ਹੈ ਪੋਥੀਆਂ ਦਾ, ਸ਼ਾਸਤਰਾਂ ਦਾ ਪਾਠ ਪਠਨ ਤੇ ਜ਼ਰੂਰ ਕਰਦਾ ਹੈ। ਪੰਡਤ ਵਾਚੇ ਪੋਥੀਆਂ, ਨਾ ਬੂਝੇ ਵਿਚਾਰ,
लेकिन सच दी विचार नहीं बुझदा, नहीं जानदा, अनको मती दे चल। होरनां ते मत देंदा है, माया का व्यापार, लेकिन ਉਹਦਾ ਜਿਹੜਾ ਵਪਾਰ ਹੈ, ਉਹਦਾ ਜਿਹੜਾ ਢੰਗ ਤਰੀਕਾ ਹੈ, ਕਿਉਂਕਿ ਪੁਜਾਰੀ, ਵਪਾਰੀ ਤੇ ਸਰਕਾਰੀ ਤਿੰਨਾਂ ਦਾ ਤਾਲਮੇਲ ਹੈ। ਪੁਜਾਰੀ ਝੂਠ ਫੈਲਾਉਂਦਾ ਹੈ, ਝੂਠ ਫੈਲਾ ਕੇ ਸਮੇਂ ਦੀ ਸਰਕਾਰ ਨੂੰ ਤੇ ਸਰਕਾਰੀ ਦੇ ਕੰਨ ਭਰਦਾ ਹੈ। ਉਹਨੂੰ ਕਹਿੰਦਾ ਹੈ ਫਲਾਣੇ ਬੰਦੇ ਤੋਂ, ਸੱਚ ਬੋਲਣ ਵਾਲੇ ਤੋਂ ਤੇਰੇ ਰਾਜ ਨੂੰ ਖਤਰਾ ਹੈ। ਤੇ ਇਸੇ ਕਾਰਨ ਹੀ ਸਮਾਜ ਜੀ ਜੋ ਦਸ਼ਾ ਸੀ, ਸਮਾਜ ਕਈ ਹਿੱਸਿਆਂ ਵਿੱਚ ਵੰਡਿਆ ਪਿਆ ਸੀਗਾ। ਪ੍ਰਮੁੱਖ ਚਾਰ ਨੇ, ਪਹਿਲਾ ਬ੍ਰਾਹਮਣ, ਫਿਰ ਖੱਤਰੀ, ਫਿਰ ਵੈਸ਼, ਫਿਰ ਸ਼ੂਦਰ। ਤੇ ਸ਼ੂਦਰ ਦੀ ਹਾਲਾਤ ਇਹ ਸੀ ਕਿ ਉਹਦੇ ਕੋਲ ਕੰਮ ਤੇ ਲਿਆ ਜਾਂਦਾ ਸੀ, ਸੇਵਾ ਤੇ ਲਈ ਜਾਂਦੀ ਸੀ, ਲੇਕਿਨ ਉਹਨੂੰ ਕੋਈ ਲਾਗੇ ਬਿਠਾ ਕੇ ਰਾਜੀ ਨਹੀਂ ਸੀ। ਹਾਲਾਤ ਇਹ ਸਨ, ਖੂਹ ਤੇ ਕੁੱਤਾ ਤੇ ਚੜ ਸਕਦਾ ਸੀ, ਕੁੱਤਾ ਤੇ ਬਾਲਟੀ 'ਚ ਮੂੰਹ ਪਾ ਜਾਏ ਕੋਈ ਹਰਜ ਨਹੀਂ, ਲੇਕਿਨ ਜੇਕਰ ਸ਼ੂਦਰ ਖੂਹ ਦੇ ਨੇੜੇ ਵੀ ਆ ਜਾਏ ਤੇ ਉਹਨੂੰ ਮਾਰਿਆ ਜਾਂਦਾ ਸੀ, ਉਹਦੇ ਨਾਲ ਬਦਸਲੂਕੀ ਕੀਤੀ ਜਾਂਦੀ ਸੀ। ਤੇ ਪਾਤਸ਼ਾਹ ਜੀ ਨੇ ਜਿਹੜੀ ਗੱਲ ਕਹੀ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕੇ ਰੀਸ। ਧਾਰਮਿਕ ਦਸ਼ਾ ਇਹ ਸੀ ਤੇ ਸਮਾਜਿਕ ਦਸ਼ਾ ਆ ਸੀ। ਹਾਲਾਤ ਇਹ ਸਨ। ਪਾਤਸ਼ਾਹ ਕਹਿੰਦੇ ਨੇ ਜੇ ਤੁਸੀਂ ਉਹਨਾਂ ਨੂੰ ਨੀਚ ਕਹਿੰਦੇ ਹੋ ਨਾ, ਨੀਚਾ ਅੰਦਰ ਨੀਚ ਜਾਤ, ਤੇ ਮੈਂ ਸਭ ਤੋਂ ਵੱਡਾ ਆਪਣੇ ਆਪ ਨੂੰ ਨੀਚ ਕਹਿਣਾ ਹਾਂ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ। ਤੇ ਨਾਨਕ ਦੇ ਉਹਨਾਂ ਦੇ ਨਾਲ ਹੈ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਇਹ ਮਿਸ਼ਨ 10 ਜਾਮਿਆਂ ਤੱਕ ਅੱਗੇ ਤੁਰਿਆ ਤੇ 9ਵੇਂ ਜਾਮੇ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਮਿਸ਼ਨ ਸਾਰੇ ਭਾਰਤ ਦੇ ਵਿੱਚ ਫੈਲਾ ਰਹੇ ਸਨ, ਦੱਸ ਰਹੇ ਸਨ ਲੋਕਾਂ ਨੂੰ ਨੀਚ ਕੋਈ ਨਹੀਂ ਹੁੰਦਾ। ਤੇ ਇਹ ਦੱਸਦੇ ਇੱਕ ਤੇ ਪੁੱਤਰ ਦੀ ਪ੍ਰਾਪਤੀ ਚਾਹੀਦੀ ਸੀ, ਤੇ ਦੂਜਾ ਇਹ ਮਿਸ਼ਨ ਵੀ ਹੀ ਸਾਰੇ ਸੰਸਾਰ, ਸਾਰੇ ਭਾਰਤ ਦੇ ਵਿੱਚ ਵੰਡਣਾ ਸੀਗਾ। ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ, ਜਿੱਥੇ ਨੀਚਾਂ ਦੀ ਸੰਭਾਲ ਕੀਤੀ ਜਾਏ, ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਅਸਲ ਦੇ ਵਿੱਚ ਉਹਨਾਂ ਨੂੰ ਇਨਸਾਨ ਸਮਝਿਆ ਜਾਏ। ਤਿੱਥੇ ਨਦਰ ਤੇਰੀ ਬਖਸ਼ੀਸ਼, ਤੇਰੀ ਜਿਹੜੀ ਬਖਸ਼ੀਸ਼ ਹੈ ਉਹਨਾਂ ਨੂੰ ਸੰਭਾਲ ਕੀਤਿਆਂ ਹੀ ਮਿਲਣੀ ਹੈ। ਤਿੱਥੇ ਨਦਰ ਤੇਰੀ ਬਖਸ਼ੀਸ਼। ਤੇ ਉਸ ਸਮੇਂ ਜਿਹੜਾ ਛਤਰੀ ਸੀਗਾ, ਆਪਣੇ ਆਪ ਨੂੰ ਖੱਤਰੀ ਖਾਉਂਦਾ ਸੀਗਾ, ਉਹਨਾਂ ਨੇ ਆਪਣਾ ਧਰਮ ਛੱਡਤਾ ਸੀ। ਇਹ ਸਮਾਜਿਕ ਦਸ਼ਾ ਸੀਗੀ। ਪਾਤਸ਼ਾਹ ਕਹਿੰਦੇ ਨੇ ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ, ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਖੱਤਰੀਆਂ ਦਾ ਜਿਹੜਾ ਧਰਮ ਸੀ, ਦੇਸ਼ ਦੀ ਰਾਖੀ ਕਰਨੀ, ਉਹਨਾਂ ਨੇ ਦੇਸ਼ ਦੀ ਰਾਖੀ ਕਰਨੀ ਛੱਡ ਦਿੱਤੀ ਸੀ। ਤੇ ਜਿਹੜੇ ਰਾਜੇ ਸਨ ਉਹਨਾਂ ਦੀ ਉਹ ਚਾਪਲੂਸੀਆਂ ਕਰਨ ਲੱਗ ਗਏ ਸਨ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਹੀ, ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਉਹਨਾਂ ਦਾ ਜਿਹੜਾ ਅਸਲ ਧਰਮ ਸੀਗਾ, ਕਿਉਂਕਿ ਪਾਤਸ਼ਾਹ ਕਹਿੰਦੇ ਨੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਰਤੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ, ਨਾਨਕ ਤਾਕਾ ਦਾਸੈ ਸੋਈ ਨਿਰੰਜਨ ਦਿਓ। ਇੱਥੇ ਸ਼ਬਦੰ ਦਾ ਭਾਵ ਹੈ ਧਰਮ। ਉਹਨਾਂ ਦਾ ਜਿਹੜਾ ਧਰਮ ਸੀਗਾ ਉਹ ਆਪਣਾ ਧਰਮ ਛੱਡ ਚੁੱਕੇ ਸਨ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਛ ਭਾਖਿਆ ਗਈ, ਸਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਫਿਰ ਪਾਤਸ਼ਾਹ ਕਹਿੰਦੇ ਨੇ ਕਿ ਸਮਾਜ ਦੇ ਅੰਦਰ ਇੱਕ ਸਭ ਤੋਂ ਬੜੀ ਵੱਡੀ ਬੁਰਾਈ ਸੀਗੀ,
ਇਸਤਰੀ ਜਾਤੀ ਦੇ ਨਾਲ ਕੀਤੀ ਜਾਂਦੀ ਸੀ। ਜੇ ਜਵਾਨ ਉਮਰ ਦੇ ਵਿੱਚ, ਜਵਾਨੀ ਦੇ ਵਿੱਚ ਪਤੀ ਚੜ੍ਹਾਈ ਕਰ ਗਿਆ, ਪਤੀ ਸੰਸਾਰ ਤੋਂ ਚਲਾ ਗਿਆ, ਤੇ ਉਸ ਇਸਤਰੀ ਨੂੰ, ਉਸ ਔਰਤ ਨੂੰ, ਉਸ ਅਬਲਾ ਨੂੰ ਪਤੀ ਦੇ ਨਾਲ ਹੀ ਸਾੜ ਦਿੱਤਾ ਜਾਂਦਾ ਸੀਗਾ। ਤੇ ਪਾਤਸ਼ਾਹ ਜੀ ਨੇ ਬੜੇ ਡੰਕੇ ਦੀ ਚੋਟ ਤੇ ਇਹ ਕਿਹਾ ਸੀਗਾ, ਸਤੀ ਪਾਪ ਕਰ ਸਤ ਕਮਾਵੇ। ਸਤੀ ਜਿਹੜੀ ਆ ਉਹ ਪਾਪ ਕਰਦੀ ਆ, ਸਤੀ ਪਾਪ ਕਰ ਸਤ ਕਮਾਵੇ, ਤੇ ਕਹਿੰਦੀ ਕਿ ਮੈਂ ਸਤ ਕਮਾ ਰਹੀ ਹਾਂ। ਗੁਰ ਦਿਖਿਆ ਕਰ ਦੇਵਨ ਜਾਹੇ, ਇਸਤਰੀ ਪੁਰਖ ਖਟੀਏ ਪਾਓ, ਭਾਵੇਂ ਆਓ ਭਾਵੇਂ ਜਾਓ। ਤੇ ਉਹਨੂੰ ਸਤੀ ਕਰਦਾ ਜਾਂਦਾ ਸੀ, ਸਮਝਿਆ ਜਾਂਦਾ ਸੀ ਇਹ ਬੜਾ ਵੱਡਾ ਧਰਮ ਹੋ ਗਿਆ ਹੈ। ਫਿਰ ਇਹ ਜੋ ਰਾਜਸੀ ਦਸ਼ਾ ਸੀ, ਇਹ ਸਮਾਜਿਕ ਦਸ਼ਾ ਸੀ ਔਰ ਧਾਰਮਿਕ ਦਸ਼ਾ ਸੀ, ਇਹ ਬਹੁਤ ਜ਼ਿਆਦਾ ਵਿਗੜੀ ਹੋਈ ਸੀ। ਤੇ ਪਾਤਸ਼ਾਹ ਇਹ ਤਿੰਨੇ ਹੀ ਜਿਹੜੀਆਂ ਦਸ਼ਾਵਾਂ ਸਨ, ਧਾਰਮਿਕ, ਸਮਾਜਿਕ ਤੇ ਰਾਜਸਿਕ, ਉਹਨਾਂ ਨੂੰ ਠੀਕ ਕਰਨਾ ਚਾਹ ਰਹੇ ਸਨ। ਔਰ ਇਹ ਠੀਕ ਕਰਦੇ ਕਰਦੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤਕਰੀਬਨ 239-40 ਸਾਲ ਤੱਕ ਇਹ ਮਿਸ਼ਨ ਚੱਲਿਆ। ਔਰ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਹੀ ਕਹਿ ਰਹੇ ਨੇ, ਜੋ ਰਾਜਸੀ ਦਸ਼ਾ ਹੈ ਉਹ ਕੀ ਹੈ? ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡੜਿਆ, ਕੂੜ ਅਮਾਵਸ ਸਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਪਾਤਸ਼ਾਹ ਕਹਿੰਦੇ ਨੇ ਇਸ ਸਮੇਂ ਅੰਦਰ ਰਾਜੇ ਜਿਹੜੇ ਨੇ ਉਹ ਕਸਾਈ ਬਣ ਚੁੱਕੇ ਨੇ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡੜਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ। ਝੂਠ ਦਾ ਜਿਹੜਾ ਅੰਧੇਰਾ ਹੈ ਉਹ ਪਸਰਿਆ ਪਿਆ ਹੈ, ਸੱਚ ਦਾ ਚੰਦਰਮਾ, ਸੱਤ ਦਾ ਚਾਨਣ ਨਜ਼ਰ ਨਹੀਂ ਆ ਰਿਹਾ, ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ, ਹੋ ਭਾਲ ਵਿਕੁੰਨੀ ਹੋਈ। ਪਾਤਸ਼ਾਹ ਕਹਿੰਦੇ ਮੈਂ ਸੱਚ ਲੱਭ ਲੱਭ ਕੇ ਵੇਖ ਲਿਆ ਹੈ, ਅੰਧੇਰੇ ਰਾਹ ਨਾ ਕੋਈ। ਤੇ ਇਸ ਹਨੇਰੇ ਦੇ ਵਿੱਚ ਕਿਸੇ ਆਮ ਵਿਅਕਤੀ ਨੂੰ ਰਾਹ ਹੀ ਨਹੀਂ ਲੱਭ ਰਿਹਾ। ਫਿਰ ਪਾਤਸ਼ਾਹ ਕਰਨੇ ਨੇ ਕਿ ਉਸ ਸਮੇਂ ਹਾਲਾਤ ਕੀ ਬਣ ਚੁੱਕੇ ਸਨ ਕਿ ਜਿਹੜੇ ਇਹ ਪਾਪ ਕਰਨ ਵਾਲੇ ਰਾਜੇ ਸਨ, ਉਹਨਾਂ ਨੇ ਆਪਣੇ ਟਾਊਟ ਛੱਡੇ ਹੋਏ ਸਨ। ਜਿਵੇਂ ਕੋਈ ਸ਼ਿਕਾਰੀ, ਹਿਰਨਾਂ ਨੂੰ ਫੜਨ ਵਾਲਾ ਸ਼ਿਕਾਰੀ ਹੈ, ਉਹ ਇੱਕ ਹਿਰਨ ਨੂੰ ਫੜ ਕੇ ਉਹ ਸਿਖਾ ਲੈਂਦਾ ਹੈ, ਉਹ ਪੜ੍ਹਿਆ ਹੁੰਦਾ ਹੈ, ਉਹਨੂੰ ਪੜ੍ਹਾ ਲੈਂਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਹੋਰ ਬਾਜ ਹੈ, ਬਾਜਾਂ ਨੂੰ ਫੜਨਾ ਹੈ ਤੇ ਉਹ ਇੱਕ ਬਾਜ ਨੂੰ ਪੜ੍ਹਾ ਲੈਂਦਾ ਹੈ ਤੇ ਉਹ ਬਾਜਾਂ ਨੂੰ ਘੇਰ ਕੇ ਲਿਆਉਂਦਾ ਹੈ ਔਰ ਆਪਣੇ ਮਾਲਕ ਕੋਲ ਲੈ ਆਉਂਦਾ ਹੈ। ਮਾਲਕ ਉਹਨੂੰ ਛੱਡ ਦਿੰਦਾ ਹੈ ਤੇ ਬਾਕੀਆਂ ਨੂੰ ਖਾ ਜਾਂਦਾ ਹੈ। ਇਸੇ ਤਰ੍ਹਾਂ ਹਰਨ ਨੂੰ ਵੀ ਇੱਕ ਹਰਨ ਜਿਹੜਾ ਸਿਖਾਇਆ ਹੋਇਆ ਹੈ, ਉਹ ਹਰਨ ਦੂਜਿਆਂ ਹਰਨਾਂ ਨੂੰ ਘੇਰ ਕੇ ਲਿਆਉਂਦਾ ਹੈ ਤੇ ਸ਼ਿਕਾਰੀ ਆਪਣੇ ਹਰਨ ਨੂੰ ਵੱਖਰਾ ਦਾਣਾ ਪਾ ਦਿੰਦਾ ਹੈ ਤੇ ਦੂਜੇ ਹਰਨਾਂ ਨੂੰ ਖਾ ਜਾਂਦਾ ਹੈ। ਤੇ ਪਾਤਸ਼ਾਹ ਨੇ ਕਿਹਾ, ਹਰਣਾ ਬਾਜਾਂ ਤੇ ਸਿਕਦਾਰਾਂ। ਇਸੇ ਤਰ੍ਹਾਂ ਇਹ ਚੌਧਰੀ ਜਿਹੜੇ ਸਨ ਉਹ ਟਾਊਟ ਬਣ ਚੁੱਕੇ ਸਨ। ਹਰਣਾ ਬਾਜਾਂ ਤੇ ਸਿਕਦਾਰਾਂ, ਇਹਨਾਂ ਪੜਿਆ ਨਾਉ। ਇਹਨਾਂ ਨੇ ਪੜ੍ਹ ਲਿਆ, ਉਹ ਪੜ੍ਹੇ ਹੋਏ ਨੇ, ਉਹ ਉਹਨਾਂ ਵਾਸਤੇ ਹੀ ਕੰਮ ਕਰ ਰਹੇ ਨੇ, ਆਪਣੇ ਮਾਲਕ ਵਾਸਤੇ ਕੰਮ ਕਰ ਰਹੇ ਨੇ। ਇਹਨਾਂ ਪੜਿਆ ਨਾਉ, ਫਾਦੀ ਲੱਗੀ ਜਾਤ ਗਵਾਏ ਨੂੰ, ਫਾਦੀ ਲੱਗੀ ਜਾਤ ਫਹਾਇਨ, ਐਸੇ ਨਾਹੀ ਥਾਓ, ਸੋ ਪੜਿਆ ਸੋ ਪੰਡਤ ਬਿਨਾ,
ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਜੰਮੇ, ਤਾਂ ਉੱਪਰ ਹੋਵੇ ਛਾਓ, ਰਾਜੇ ਸ਼ੀ ਮੁਕੱਦਮ ਕੁੱਤੇ। ਜਿਹੜੇ ਰਾਜੇ ਨੇ ਉਹਨਾਂ ਨੇ ਬਘਿਆੜ ਦਾ ਰੂਪ ਧਾਰਨ ਕਰ ਲਿਆ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਘਾਓ, ਚਾਕਰ ਨਾਂਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚੜ ਜਾਓ। ਇਹ ਹਾਲਾਤ ਸਨ। ਫਿਰ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਰਾਜੇ ਸਨ ਉਹਨਾਂ ਦੇ ਅੰਦਰ ਲੋਭ ਇਸ ਕਦਰ ਤੱਕ ਫੈਲ ਚੁੱਕਾ ਸੀ, ਲੋਭ ਇੰਨਾ ਪ੍ਰਬਲ ਹੋ ਚੁੱਕਾ ਸੀਗਾ। ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰੇਤ ਗਿਆਨ ਵਿਹੋਣੀ, ਭਾਏ ਭਰੇ ਮੁਤਾਰ। ਗਿਆਨੀ ਨੱਚੇ ਵਾਜੇ ਵਾਵੈ, ਰੂਪ ਕਰੇ ਸਿੰਗਾਰ, ਉੱਚੇ ਕੂਕਾ ਵਾਦਾ ਗਾਵੈ, ਜੋਧਾ ਕਾ ਵਿਚਾਰ। ਮੂਰਖ ਪੰਡਤ हिकमत हुज्जत, संजय करे प्यार, धर्मी धर्म करे गवावे, मंगे मुख द्वार। जति सदावे जुगत न जाने, छड़ बहे करबार, सबको पूरा आपै होवे, घट ना कोई आखै, पत परवाना पिछे पाइए, ता नानक तोलिया जापै। पातशाह कह रहे ने लभ जिहड़ा है, लोभ जिहड़ा है, वो पाप का रूप धारण कर चुका सी। ते वो किहदे अंदर सीगा? ਉਹ ਰਾਜਿਆਂ ਦੇ ਅੰਦਰ ਸੀ। ਉਸ ਵਕਤ ਦੇ ਜਿਹੜੇ ਰਾਜੇ ਸਨ ਤੇ ਉਸ ਵਕਤ ਸੀ ਤੇ ਅੱਜ ਵੀ ਉਹੀ ਹਾਲਾਤ ਹੈ। ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਵਾ ਸਿਕਦਾਰ। ਤੇ ਜਿਹੜਾ ਚੌਧਰੀ ਹੈ, ਜਿਹੜਾ ਸਲਾਹਕਾਰ ਹੈ, ਉਹ ਝੂਠ ਦਾ ਰੂਪ ਧਾਰਨ ਕਰ ਚੁੱਕਾ ਹੈ। ਕੂੜ ਹੋਵਾ ਸਿਕਦਾਰ, ਕਾਮ ਨੇਬ ਸਦ ਪੁੱਛੀਏ। ਤੇ ਕਾਮ ਤੋਂ ਪੁੱਛਿਆ ਜਾ ਰਿਹਾ ਹੈ। ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਤੇ ਬਹਿ ਕੇ ਵਿਚਾਰਾਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਨਾਲ। ਅੰਧੀ ਰੇਤ ਗਿਆਨ ਵੀ ਹੋਣੀ। ਤੇ ਜਿਹੜੀ ਰਈਅਤ ਹੈ, ਜਿਹੜੀ ਪ੍ਰਜਾ ਹੈ, ਉਹ ਗਿਆਨ ਤੋਂ ਹੀਣੀ ਹੈ। ਜੇ ਉਸ ਵਕਤ ਸੀ ਤੇ ਅੱਜ ਵੀ ਉਹੀ ਹਾਲਾਤ ਹੈ। ਪ੍ਰਜਾ ਨੂੰ ਜਿੱਧਰ ਕੋਈ ਲਾਉਂਦਾ ਉਧਰ ਲੱਗ ਜਾਂਦੀ ਹੈ। ਤੇ ਐਸੇ ਹਾਲਾਤ ਸਨ ਧਾਰਮਿਕ, ਸਮਾਜਿਕ ਤੇ ਰਾਜਸੀ। ਇਹਨਾਂ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਤਾਰਨ ਅਰਥਾ। ਤੀਰਥਾਂ ਤੇ ਗੁਰੂ ਪਾਤਸ਼ਾਹ ਜੀ ਨੇ ਇਸ ਕਰਕੇ ਜਾਣਾ ਕੀਤਾ, ਮੁਰਪਿਤ ਪੁਰਬ ਕੀਸ ਬਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਭਾਂਤ ਭਾਂਤ ਦੇ ਤੀਰਥਾਂ ਤੇ ਗਏ ਕਿਉਂਕਿ ਉੱਥੇ ਬਹੁਤਾ ਇਕੱਠ ਹੁੰਦਾ ਸੀ। ਤੇ ਪ੍ਰਯਾਗਰਾਜ ਤੇ ਵੀ, ਇਲਾਹਾਬਾਦ ਵੀ ਮੇਲਾ ਲੱਗਾ ਹੋਇਆ ਸੀਗਾ। ਉੱਥੇ ਬਹੁਤਾ ਇਕੱਠ ਸੀ। ਥੋੜੇ ਸਮੇਂ ਦੇ ਅੰਦਰ ਬਹੁਤੇ ਲੋਕਾਂ ਨੂੰ ਸੱਚ ਸਮਝਾਇਆ ਜਾ ਸਕਦਾ ਸੀ। ਗੁਰੂ ਨਾਨਕ ਦਾ ਜੋ ਮਿਸ਼ਨ ਸੀਗਾ ਉਸ ਬਾਰੇ ਸਮਝਾਇਆ ਜਾ ਸਕਦਾ ਸੀ। ਇਸ ਕਰਕੇ ਮੇਰੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਰਿਵਾਰ ਸਮੇਤ ਇਲਾਹਾਬਾਦ ਦੀ ਧਰਤੀ ਤੇ ਆਉਣਾ ਕੀਤਾ। ਭਾਂਤ ਭਾਂਤ ਕੇ ਤੀਰਥ ਨਾਨਾ, ਭਾਂਤ ਭਾਂਤ ਦੇ ਤੀਰਥਾਂ ਤੇ ਗਏ ਗੁਰੂ ਪਾਤਸ਼ਾਹ। ਜਬ ਹੀ ਜਾਤ ਤ੍ਰਿਵੇਣੀ ਪਹੇ, ਤ੍ਰਿਵੇਣੀ ਇਲਾਹਾਬਾਦ ਪ੍ਰਯਾਗਰਾਜ, ਉੱਥੇ ਜਦੋਂ ਗੁਰੂ ਪਾਤਸ਼ਾਹ ਮੇਰੇ ਮਾਤਾ ਪਿਤਾ ਪਹੁੰਚੇ ਤੇ ਉਸ ਜਗ੍ਹਾ ਤੇ ਹੀ ਮਾਤਾ ਦੇ ਗਰਭ ਦੇ ਅੰਦਰ ਮੇਰਾ ਆਉਣਾ ਹੋਇਆ। ਪੁੰਨ ਦਾਨ ਦਿਨ ਕਰਤ ਬਿਤਾਏ। ਹੁਣ ਸਾਡੇ ਦਿਮਾਗ ਦੇ ਵਿੱਚ ਇੱਥੇ ਇਹ ਆ ਜਾਏਗਾ ਕਿ ਰੁਪਈਆ ਪੈਸੇ ਦਾ ਪੁੰਨ ਦਾਨ ਕੀਤਾ ਗੁਰੂ ਪਾਤਸ਼ਾਹ ਜੀ ਨੇ, ਧਨ ਦੌਲਤ ਦਾ ਦਾਨ ਕੀਤਾ ਨਹੀਂ ਗੁਰੂ ਪਿਆਰਿਓ। ਗੁਰੂ ਪਾਤਸ਼ਾਹ ਜੀ ਨੇ ਸੱਚ ਦਾ ਦਾਨ ਕੀਤਾ, ਸੱਚ ਲੋਕਾਂ ਨੂੰ ਸਮਝਾਇਆ। ਪੁੰਨ ਦਾਨ ਦਿਨ ਕਰਤ ਬਿਤਾਏ। ਪੁੰਨ ਦਾਨ ਨਿਤਾ ਪ੍ਰਤੀ ਆਪ ਜਪੇ, ਅਵਰਾ ਨਾਮ ਜਪਾਵੇ।
ਆਪ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਦੱਸਦੇ ਨੇ। ਕੀ ਦੱਸਦੇ ਨੇ? ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਿ ਨਾ ਕਿਸੇ ਤੋਂ ਡਰੋ, ਨਾ ਕਿਸੇ ਨੂੰ ਡਰਾਓ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਪੁੰਨਦਾਨ ਕਰਦੇ ਨੇ, ਪੁੰਨਦਾਨ ਦਿਨ ਕਰਤ ਬਤਾਏ। ਤੇ ਇਸ ਅਸਥਾਨ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਮੇਰਾ ਮਾਤਾ ਦੇ ਗਰਭ ਦੇ ਵਿੱਚ ਆਉਣਾ ਹੋਇਆ ਤੇ ਇਹ ਕਾਰਨ ਸਨ ਕਿ ਧਾਰਮਿਕ, ਸਮਾਜਕ ਔਰ ਰਾਜਨੀਤਿਕ ਜੋ ਵਿਗਾੜ ਸੀ, ਉਹਨਾਂ ਉਹ ਜਿਹੜੇ ਵਿਗੜੇ ਹੋਏ ਵਿਗਾੜ ਸਨ, ਜਿਹੜਾ ਸਿਸਟਮ ਵਿਗੜਿਆ ਹੋਇਆ ਸੀਗਾ, ਉਸ ਸਿਸਟਮ ਨੂੰ ਵੀ ਠੀਕ ਕਰਨਾ ਸੀਗਾ। ਤੇ ਜਿਸ ਪੁੱਤਰ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁੱਤਰ ਨੇ ਗੁਰੂ ਨਾਨਕ ਦੇ ਘਰ ਦਾ ਵਾਰਿਸ ਬਣਨਾ ਸੀਗਾ, ਉਹਦੀ ਵੀ ਪ੍ਰਾਪਤੀ ਹੋਣੀ ਸੀਗੀ। ਇਸ ਲਈ ਕਿਉਂਕਿ ਦੂਜਾ ਜੋ ਕਾਰਨ ਹੈ, ਉਸ ਕਾਰਨ ਨੂੰ ਆਪਾਂ ਕੱਲ ਵਿਚਾਰਾਂਗੇ। ਇਹ ਸਭ ਤੋਂ ਵੱਡਾ ਕਾਰਨ ਇਹ ਸੀਗਾ ਕਿ ਗੁਰੂ ਪਾਤਸ਼ਾਹ ਦਾ ਮਿਸ਼ਨ ਸੀ ਕਿ ਤੀਰ ਇੱਕ ਚਲਾਇਆ ਜਾਏ ਔਰ ਜਿਹਦੇ ਨਾਲ ਨਿਸ਼ਾਨੇ ਦੋ ਹੋਣ। ਤੇ ਇਹ ਇੱਕ ਤੀਰ ਸੀਗਾ ਕਿ ਤੀਰਥਾਂ ਤੇ ਜਾ ਜਾ ਕੇ ਪ੍ਰਚਾਰ ਕਰਨਾ ਸੱਚ ਦਾ, ਤੇ ਦੂਜਾ ਜੋ ਨਿਸ਼ਾਨਾ ਸੀਗਾ ਉਸੀ ਪੁੱਤਰ ਦੀ ਪ੍ਰਾਪਤੀ। ਹੋਰ ਜਿਹੜਾ ਦੂਸਰਾ ਕਾਰਨ ਹੈ, ਉਸ ਦੂਸਰੇ ਕਾਰਨ ਨੂੰ ਆਪਾਂ ਕੱਲ ਦੇ ਐਪੀਸੋਡ ਵਿੱਚ ਵਿਚਾਰਾਂਗੇ। ਸੋ ਇੰਨਾ ਕੁਝ ਕਹਿੰਦਾ ਹੋਇਆ ਦਾਸ ਖਿਮਤ ਦਾ ਜਾਚਕ, ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਬਖਸ਼ ਦੇਣਾ। ਗੁਰੂ ਕੇ ਬਾਤਾਂ ਜੋ ਆਪ ਜੀ ਨਾਲ ਸਾਂਝੀ ਕੀਤੇ ਨੇ, ਆਪਾਂ ਜੀਵਨ ਦਾ ਆਧਾਰ ਬਣਾਈਏ ਤਾਂ ਕਿ ਹੋ ਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਕਰੋ ਫਤਿਹ ਦੀ ਸਾਂਝ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।